ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀ, ਅੱਜ ਅਸੀਂ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਇਹਨਾਂ ਪਾਵਨ ਸ਼ਬਦਾਂ ਦੀ ਸਰਲ ਵਿਚਾਰ ਇੱਕ ਸਾਖੀ ਦੇ ਰਾਹੀਂ ਸਾਂਝੀ ਕਰਨ ਲੱਗੇ ਹਾਂ। ਪਾਵਨ ਸ਼ਬਦ ਹੈ ਦੇਵਾ ਪਾਹਨ ਤਾਰੀਅਲੇ, ਰਾਮ ਕਹਿਤ ਜਨ ਕਸ ਨਾ ਤਰੇ। ਮਹਾਤਮਾ ਦੱਸਦੇ ਹਨ ਕਿ ਉਦੈਪੁਰ ਦੇ ਨੇੜੇ ਭਗਵਾਨ ਚਤੁਰਭੁਜ ਦਾ ਮੰਦਰ ਹੈ। ਮੰਦਰ ਦਾ ਬੁੱਢਾ ਪੁਜਾਰੀ ਦੇਵਾ ਨਾਮ ਪੰਡਾ ਬੜਾ ਹੀ ਨੇਕ ਸੀ। ਉਦੈਪੁਰ ਦਾ ਰਾਣਾ ਸਾਹਿਬ ਹਰ ਰੋਜ਼ ਪਿਛਲੇ ਪਹਿਰ ਚਤੁਰਭੁਜ ਸਵਾਮੀ ਦੇ ਦਰਸ਼ਨ ਨੂੰ ਆਇਆ ਕਰਦਾ ਸੀ। ਇੱਕ ਦਿਨ ਰਾਜਾ ਸਾਹਿਬ ਕਿਸੇ ਕਾਰਨ ਕਰਕੇ ਮੰਦਰ ਵਿੱਚ ਆਉਣ ਤੋਂ ਦੇਰ ਹੋ ਗਈ। ਦੇਵਾ ਪੰਡਿਤ ਨੇ ਸਮਝਿਆ ਕਿ ਹੁਣ ਕਾਫੀ ਦੇਰ ਹੋ ਗਈ ਹੈ, ਹੁਣ ਰਾਜਾ ਸਾਹਿਬ ਨਹੀਂ ਆਉਣਗੇ। ਇਹ ਸੋਚ ਕੇ ਦੇਵਾ ਪੰਡਿਤ ਨੇ ਪ੍ਰਭੂ ਦੀ ਮੂਰਤੀ ਨੂੰ ਨਿਵਾਸ ਕਰਾ ਦਿੱਤਾ। ਪ੍ਰਭੂ ਦੇ ਗਲ ਵਾਲੀ ਫੁੱਲਾਂ ਦੀ ਮਾਲਾ ਜੋ ਹਰ ਰੋਜ਼ ਰਾਜੇ ਨੂੰ ਦੇਣ ਵਾਸਤੇ ਹੁੰਦੀ ਸੀ, ਉਹ ਦੇਵਾ ਪੰਡੇ ਨੇ ਆਪਣੇ ਗਲ ਵਿੱਚ ਪਾ ਲਈ ਅਤੇ ਮੰਦਰ ਦੇ ਦਰਵਾਜ਼ੇ ਬੰਦ ਕਰਕੇ ਕੁਟੀਆ ਨੂੰ ਚਲਿਆ ਹੀ ਸੀ ਕਿ ਇੰਨੇ ਨੂੰ ਰਾਜੇ ਦੇ ਆਉਣ ਦੇ ਰਥ ਦੇ ਆਉਣ ਦੀ ਆਵਾਜ਼ ਉਸਦੇ ਕੰਨੀ ਪੈ ਗਈ। ਪੰਡਿਤ ਜੀ ਡਰ ਗਏ ਕਿ ਮੈਂ ਰਾਜੇ ਨੂੰ ਉਡੀਕਿਆ ਨਹੀਂ, ਰਾਜਾ ਜ਼ਰੂਰ ਹੀ ਮੈਨੂੰ ਸਜ਼ਾ ਦੇਵੇਗਾ। ਇਹ ਸੋਚ ਕੇ ਉਸਨੇ ਝੱਟ ਹੀ ਮੰਦਰ ਦਾ ਬੂਹਾ ਖੋਲ੍ਹ ਕੇ ਚਤੁਰਭੁਜ ਸਵਾਮੀ ਜੀ ਨੂੰ ਸਿੰਘਾਸਣ ਤੇ ਬਿਰਾਜਮਾਨ ਕਰਾ ਦਿੱਤਾ ਅਤੇ ਆਪਣੇ ਗਲੇ 'ਚੋਂ ਮਾਲਾ ਉਤਾਰ ਕੇ ਪ੍ਰਭੂ ਦੀ ਮੂਰਤੀ ਨੂੰ ਮੁੜ ਪਹਿਨਾ ਦਿੱਤੀ। ਪਰ ਕਾਹਲੀ ਵਿੱਚ ਬੁੱਢੇ ਪੰਡਿਤ ਜੀ ਦੀ ਦਾੜ੍ਹੀ ਦਾ ਇੱਕ ਚਿੱਟਾ ਵਾਲ, ਜਿਸ ਨੂੰ ਅਸੀਂ ਧੌਲਾ ਬੋਲਦੇ ਹਾਂ, ਉਹ ਮਾਲਾ ਦੇ ਨਾਲ ਲੱਗ ਗਿਆ। ਇਹ ਕੰਮ ਕਰਕੇ ਮੰਦਰ ਦੇ ਬਾਹਰ ਦਾ ਦਰਵਾਜ਼ਾ ਖੋਲ੍ਹ ਦਿੱਤਾ। ਸਾਧ ਸੰਗਤ ਜੀ, ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ। ਪੁਰਾਤਨ ਜਿਤਨੇ ਵੀ ਧਾਰਮਿਕ ਪੀਰ, ਪੈਗੰਬਰ, ਔਲੀਏ, ਅਵਤਾਰ, ਪੰਡਿਤ, ਕੋਈ ਵੀ ਪ੍ਰਚਾਰਕ, ਉਹ ਸਾਰੇ ਕੇਸਾਂਧਾਰੀ, ਦਾੜੀ ਦੇ ਸਮੇਤ ਕੇਸਾਂਧਾਰੀ ਸਨ। ਸੋ ਇੰਨੇ ਨੂੰ ਪੰਡਿਤ ਨੇ ਦਰਵਾਜ਼ਾ ਖੋਲ੍ਹ ਦਿੱਤਾ। ਇੰਨੇ 'ਚ ਰਾਣੇ ਦਾ ਰਥ ਵੀ ਮੰਦਰ ਦੇ ਬੂਹੇ ਉੱਤੇ ਪਹੁੰਚ ਗਿਆ। ਰਾਜਾ ਰਥ ਤੋਂ ਉਤਰ ਕੇ ਮੰਦਰ ਦੇ ਅੰਦਰ ਚਲਾ ਗਿਆ। ਪ੍ਰਭੂ ਜੀ ਨੂੰ ਰਾਜੇ ਨੇ ਦੰਡਵਤ ਪ੍ਰਣਾਮ ਕਰਕੇ ਫਿਰ ਪੰਡਿਤ ਜੀ ਨੂੰ ਪ੍ਰਣਾਮ ਕੀਤੀ। ਪੰਡਿਤ ਜੀ ਨੇ ਰਾਜਾ ਜੀ ਨੂੰ ਆਸ਼ੀਰਵਾਦ ਦਿੱਤੀ ਅਤੇ ਚਤੁਰਭੁਜ ਸਵਾਮੀ ਦੇ ਗਲ ਵਿੱਚੋਂ ਪੁਸ਼ਪ ਮਾਲਾ ਉਤਾਰ ਕੇ ਰਾਜੇ ਨੂੰ ਪ੍ਰਸ਼ਾਦ ਦਿੱਤਾ। ਮਾਲਾ ਦੇ ਨਾਲ ਚਿੱਟਾ ਵਾਲ ਲੱਗਾ ਹੋਇਆ ਵੇਖ ਕੇ ਰਾਜਾ ਜੀ ਤਾਣ ਗਏ। ਇਹ ਫੁੱਲਾਂ ਦੀ ਮਾਲਾ ਬੁੱਢੇ ਬ੍ਰਾਹਮਣ ਨੇ ਆਪਣੇ ਗਲ ਤੋਂ ਪ੍ਰਭੂ ਦੇ ਗਲ ਵਿੱਚ ਪਾਈ ਪਛਾਣ ਹੈ। ਇਸ ਲਈ ਰਾਜੇ ਨੇ ਕਿਹਾ, ਪੁਜਾਰੀ ਜੀ, ਚਤੁਰਭੁਜ ਸਵਾਮੀ ਜੀ ਬੁੱਢੇ ਹੋ ਗਏ ਹਨ, ਉਹਨਾਂ ਨੂੰ ਧੌਲੇ ਆ ਗਏ ਹਨ। ਇਸ ਦੇ ਉੱਤਰ ਵਿੱਚ ਪੰਡਾ ਜੀ ਨੇ ਕਿਹਾ, ਜੀ ਹਾਂ, ਪ੍ਰਭੂ ਜੀ ਨੂੰ ਹੁਣ ਧੌਲੇ ਆ ਗਏ ਹਨ। ਤਾਂ ਰਾਜਾ ਜੀ ਨੇ ਕਿਹਾ, ਅੱਛਾ, ਕੱਲ੍ਹ ਮੈਂ ਸਵੇਰੇ ਹੀ ਆਣ ਕੇ ਇਸ ਗੱਲ ਦਾ ਨਿਰਣਾ ਕਰਾਂਗਾ।
ਇਹ ਕਹਿ ਕੇ ਰਾਜਾ ਜੀ ਚਲੇ ਗਏ। ਹੁਣ ਪੰਡਾ ਜੀ ਨੂੰ ਆਪਣੀ ਭੁੱਲ ਦੀ ਸਮਝ ਆਈ ਕਿ ਫਾਂਸੀ ਤੋਂ ਬਿਨਾਂ ਮੇਰੀ ਹੋਰ ਕੋਈ ਥਾਂ ਨਹੀਂ ਰਹਿਣੀ। ਜਦ ਦੇਵਾ ਪੰਡਾ ਨੂੰ ਆਪਣੀ ਮੌਤ ਦਿਸੀ ਤਾਂ ਇੱਕ ਮਨ ਹੋ ਕੇ ਪ੍ਰਭੂ ਦੇ ਦਰ ਤੇ ਨਿਮਾਣਾ ਹੋ ਕੇ ਢਹਿ ਪਿਆ, ਡਿੱਗ ਪਿਆ। ਜਦੋਂ ਵੀ ਅਸੀਂ ਉਸ ਪ੍ਰਭੂ ਦੇ, ਵਾਹਿਗੁਰੂ ਦੇ, ਗੁਰੂ ਪਾਤਸ਼ਾਹ ਦੇ ਦਰ ਤੇ ਡਿੱਗਦੇ ਹਾਂ, ਉਹ ਸਾਡੀ ਸਾਰ ਉਦੋਂ ਹੀ ਲੈਂਦਾ ਹੈ ਜਿਤਨਾ ਚਿਰ ਸਾਨੂੰ ਇੱਕ ਸੂਈ ਤੋਂ ਘੱਟ ਮਾਤਰ ਵੀ ਆਸਰਾ ਕੋਈ ਰਹਿੰਦਾ ਹੈ ਅੰਦਰ, ਉਤਨੀ ਦੇਰ ਉਹ ਵਾਹਿਗੁਰੂ ਸਾਡੀ ਸਾਰ ਨਹੀਂ ਲੈਂਦਾ। ਸਾਡੇ ਅੰਦਰ ਤਾਂ ਬਹੁਤ ਵੱਡੇ ਵੱਡੇ ਆਸਰੇ ਬੱਝੇ ਹੋਏ ਹਨ। ਮੇਰਾ ਫਲਾਣਾ ਹੈਗਾ ਹੈ, ਉਹ ਨਾ ਕੰਮ ਕਰੂਗਾ, ਮੇਰਾ ਫਲਾਣਾ ਹੈਗਾ ਹੈ, ਮੇਰਾ ਉਹ ਆਸਰਾ ਹੈ, ਮੇਰਾ ਉਹ ਆਸਰਾ ਹੈ। ਸਾਨੂੰ ਸਾਡੇ ਆਸਰੇ ਹੀ ਪ੍ਰਭੂ ਤੱਕ ਪਹੁੰਚਣ ਨਹੀਂ ਦਿੰਦੇ। ਗੁਰੂ ਮਹਾਰਾਜ ਕਹਿੰਦੇ ਹਨ, ਮੈਂ ਤਾਂ ਨਿਮਾਣਿਆਂ ਦਾ ਮਾਣ ਹਾਂ, ਨਿਤਾਣਿਆਂ ਦਾ ਤਾਣ ਹਾਂ, ਨਿਉਟਿਆਂ ਦਾ ਓਟ ਹਾਂ, ਨਿਆਸਰਿਆਂ ਦਾ ਆਸਰਾ ਹਾਂ, ਨਿਧਿਰਿਆਂ ਦੀ ਧਿਰ ਹਾਂ। ਜਿਨ੍ਹਾਂ ਦੀ ਕੋਈ ਧਿਰ ਨਹੀਂ ਹੁੰਦੀ, ਮੈਂ ਉਹਨਾਂ ਦੀ ਧਿਰ ਹਾਂ। ਜਿਨ੍ਹਾਂ ਦਾ ਕੋਈ ਥਾਂ ਨਹੀਂ ਹੁੰਦਾ, ਉਹਨਾਂ ਨੇ ਥਾਵਿਆਂ ਦਾ ਥਾਂ। ਸੋ ਇਸੇ ਤਰ੍ਹਾਂ ਪੰਡਿਤ ਵੀ ਨਿਆਸਰਾ ਹੋ ਕੇ ਪ੍ਰਭੂ ਤੇ ਭਰੋਸਾ ਰੱਖ ਕੇ ਪ੍ਰਭੂ ਦੇ ਚਰਨਾਂ 'ਚ ਡਿੱਗ ਪਿਆ। ਸਾਰੀ ਰਾਤ ਬੇਨਤੀਆਂ ਕਰਦਿਆਂ ਗੁਜ਼ਾਰੀ। ਅੰਤ ਵਿੱਚ ਕਿਹਾ, ਮੇਰੇ ਪ੍ਰਭੂ ਜੀਓ, ਮੇਰੇ ਵਿੱਚ ਭਗਤੀ ਨਹੀਂ ਅਤੇ ਨਾ ਹੀ ਸੇਵਾ ਪੂਜਾ ਦਾ ਵਲ ਹੈ। ਹੇ ਪ੍ਰਭੂ ਜੀਓ, ਪਤਿਤ ਪਾਵਨ ਤੇਰਾ ਨਾਮ ਹੈ। ਇਤਿਆਦਿਕ ਸੁੱਧ ਮਨ ਨਾਲ ਪੰਡਾ ਜੀ ਨੇ ਬਹੁਤ ਬੇਨਤੀਆਂ ਕੀਤੀਆਂ। ਪੰਡਾ ਜੀ ਨੇ ਬਾਣੀ ਦੇ ਵਿੱਚੋਂ ਸ਼ਬਦ ਗਾ ਕਰਕੇ ਗੁਰੂ ਦੀ ਭਾਸ਼ਾ ਦੇ ਵਿੱਚ ਬੇਨਤੀਆਂ ਕੀਤੀਆਂ। ਪੰਡਾ ਜੀ ਕਹਿੰਦੇ ਹਨ, ਹਾ ਹਾ ਰਾਖ ਲੇਹੁ ਹਮ ਤੇ ਕਿਛ ਨਾ ਹੋਏ ਮੇਰੇ ਸੁਆਮੀ, ਕਰ ਕਿਰਪਾ ਆਪਣਾ ਨਾਮ ਦੇਹੁ। ਹੇ ਪ੍ਰਭੂ ਜੀ, ਮੈਨੂੰ ਰੱਖ ਲਵੋ। ਸੋ ਪੰਡਾ ਜੀ ਦੀ ਇੱਕ ਮਨ ਇੱਕ ਚਿੱਤ ਹੋ ਕੇ ਕੀਤੀ ਹੋਈ ਅਰਦਾਸ ਪ੍ਰਭੂ ਦੇ ਦਰ ਤੇ ਪ੍ਰਵਾਨ ਹੋ ਗਈ। ਪ੍ਰਵਾਨ ਹੁੰਦੀ ਹੈ, ਪਰ ਜਿਵੇਂ ਅਸੀਂ ਕੰਮ ਪੈਣ ਵੇਲੇ ਇੱਕ ਮਨ ਇੱਕ ਚਿੱਤ ਹੋ ਜਾਂਦੇ ਹਾਂ, ਕਿਤੇ ਸਦਾ ਹੀ, ਹਰ ਪਲ ਹੀ, ਹਰ ਸਵਾਸ ਦੇ ਨਾਲ ਹੀ ਅਸੀਂ ਸੁਚੇਤ ਹੋ ਜਾਇਆ ਕਰੀਏ, ਸਾਨੂੰ ਕੋਈ ਬਿਪਤਾ ਆਉਣ ਦਾ ਡਰ ਹੀ ਨਹੀਂ ਪਵੇਗਾ। ਭਗਤ ਕਬੀਰ ਸਾਹਿਬ ਫਰਮਾਉਂਦੇ ਹਨ ਕਿ ਇਹ ਲੋਕ ਕੰਮ ਵੇਲੇ ਤਾਂ ਚੇਤੇ ਕਰਦੇ ਹਨ, ਪਰ ਜੇਕਰ ਸਦਾ ਹੀ ਚੇਤੇ ਕਰਨ ਤੇ ਉਹ ਬਿਪਤਾ ਦਾ ਸਮਾਂ ਹੀ ਨਾ ਰਵੇ ਕੋਈ। ਭਗਤ ਕਬੀਰ ਸਾਹਿਬ ਫਰਮਾਉਂਦੇ ਹਨ, ਕਬੀਰ ਕਾਮ ਪਰੇ ਹਰਿ ਸਿਮਰਿਐ, ਐਸਾ ਸਿਮਰਹੁ ਨਿਤ, ਅਮਰਾਪੁਰ ਬਾਸਾ ਕਰਹੁ, ਹਰਿ ਗਿਆ ਬਹੁਰੈ ਬਿਤ। ਸੋ ਪੰਡਤ ਜੀ ਦੀ ਬੇਨਤੀ ਪ੍ਰਵਾਨ ਹੋਈ। ਜਦੋਂ ਪੰਡਤ ਜੀ ਦੀ ਰੱਖਿਆ ਵਾਸਤੇ ਫਿਰ ਪ੍ਰਭੂ ਨੇ ਆਪਣੇ ਸੇਵਕ ਦੇਵਾ ਪੰਡਾ ਜੀ ਦੀ ਬੇਨਤੀ ਪ੍ਰਵਾਨ ਕਰਕੇ ਆਪਣੀ ਪਛਾਣ ਮੂਰਤ ਜਿਹੜੀ ਸੀ ਉਹ ਸਾਰੀ ਉੱਤੇ ਧੌਲੇ ਕੇਸ ਧਾਰਨ ਕਰ ਲਏ। ਦਿਨ ਚੜ੍ਹ ਪਿਆ, ਪੰਡਤ ਜੀ ਨੇ ਇਸ਼ਨਾਨ ਕੀਤਾ। ਪੂਜਾ ਤੇ ਬੈਠਿਆ ਹੋਇਆਂ ਪੰਡਤ ਜੀ ਨੂੰ ਅੱਜ ਪ੍ਰਭੂ ਪੂਜਾ ਅਤੇ ਸਿਮਰਨ ਕਰਨ ਨਾਲ ਇੱਕ ਵੱਖਰਾ ਹੀ ਸਵਾਦ ਆਇਆ, ਕਿਉਂਕਿ ਸਿਮਰਨ ਵਿੱਚ ਦੇਵਾ ਪੰਡੇ ਦਾ ਮਨ ਜੋ ਲੱਗਾ ਹੋਇਆ ਸੀ। ਇੰਨੇ ਚਿਰ ਨੂੰ ਰਾਜਾ ਜੀ ਆ ਗਏ। ਉਹਨਾਂ ਨੇ ਦਰਵਾਜ਼ਾ ਖੁਲਵਾਇਆ। ਪੰਡਾ ਜੀ ਨੇ ਸਹਿਮਿਆ ਹੋਇਆਂ ਦਰਵਾਜ਼ਾ ਖੋਲ੍ਹਿਆ। ਸਭ ਨੇ ਵੇਖਿਆ ਪ੍ਰਭੂ ਦੀ ਪਛਾਣ, ਜੋ ਪੱਥਰ ਮੂਰਤ ਉੱਤੇ ਲੰਮੀ ਤੇ ਧੌਲੀ ਦਾੜੀ ਉੱਗੀ ਹੋਈ ਹੈ। ਪ੍ਰਕਾਸ਼ ਦਾੜਾ ਪ੍ਰਭੂ ਜੀ ਦੀ ਮੂਰਤੀ ਤੇ ਪ੍ਰਕਾਸ਼ਮਾਨ ਹੈ।
ਪੰਡਿਤ ਜੀ ਦੇ ਆਨੰਦ ਦੀ ਹੱਦ ਨਾ ਰਹੀ। ਪੰਡਿਤ ਜੀ ਨੇ ਦਹੀਂ ਮਲ ਕੇ ਪ੍ਰਭੂ ਜੀ ਦੀ ਦਾੜੀ ਦਾ ਇਸ਼ਨਾਨ ਕਰਾਇਆ। ਫਿਰ ਪੁਸਾਕ ਪਹਿਨਾ ਕੇ ਸਿੰਘਾਸਨ ਪਰ ਸੁਸ਼ੋਭਿਤ ਕਰਕੇ ਆਰਤੀ ਉਤਾਰੀ। ਰਾਜਾ ਜੀ ਨੂੰ ਪ੍ਰਭੂ ਜੀ ਦੀ ਮੂਰਤੀ ਪਰ ਦਾੜੀ ਵੇਖ ਕੇ ਬੜੇ ਹੈਰਾਨ ਹੋ ਗਏ। ਰਾਜੇ ਨੇ ਸੋਚਿਆ ਕਿ ਇਹ ਬੁੱਢਾ ਬ੍ਰਾਹਮਣ ਬੜਾ ਹੀ ਚਲਾਕ ਹੈ। ਇਸ ਨੇ ਜ਼ਰੂਰ ਕੋਈ ਆਪਣੀ ਚਲਾਕੀ ਨਾਲ ਆਪਣੀ ਗੱਲ ਨੂੰ ਸੱਚਾ ਕਰਨ ਵਾਸਤੇ ਕਿਸੇ ਤਰੀਕੇ ਨਾਲ ਪੱਥਰ ਦੀ ਮੂਰਤ ਨਾਲ ਵਾਲ ਚਿਪਕਾ ਦਿੱਤੇ ਹਨ। ਪੱਥਰ ਨੂੰ ਵਾਲ ਕਿਵੇਂ ਉੱਗ ਸਕਦੇ ਹਨ? ਇਸ ਗੱਲ ਦਾ ਨਿਰਣਾ ਕਰਨ ਲਈ ਰਾਜੇ ਨੇ ਠਾਕੁਰ ਜੀ ਦੀ ਦਾੜੀ ਦੇ ਵਾਲਾਂ ਨੂੰ ਫੜ ਕੇ ਖਿੱਚਿਆ ਤਾਂ ਪ੍ਰਭੂ ਜੀ ਨੇ ਦਰਦ ਨੂੰ ਮੰਨਿਆ ਤੇ ਦਰਦ ਨੂੰ ਜ਼ਾਹਰ ਕਰਨ ਵਾਸਤੇ ਨੱਕ ਨੂੰ ਚੜਾਇਆ। ਇਹ ਵੇਖ ਕੇ ਰਾਜਾ ਜੀ ਨੂੰ ਹੋਰ ਵੀ ਹੈਰਾਨਗੀ ਹੋਈ ਤੇ ਮੁੜ ਦੁਬਾਰਾ ਦਾੜੀ ਨੂੰ ਖਿੱਚਿਆ। ਹੱਥ ਦੀ ਖਿੱਚ ਨਾਲ ਪ੍ਰਭੂ ਦੀ ਦਾੜੀ ਦਾ ਇੱਕ ਵਾਲ ਪੁੱਟਿਆ ਗਿਆ। ਉਥੋਂ ਲਹੂ ਦੀ ਧਾਰ ਉੱਠੀ ਜੋ ਰਾਜਾ ਜੀ ਦੇ ਕੱਪੜਿਆਂ ਤੇ ਆਣ ਪਈ। ਉਸ ਧਾਰ ਦੇ ਪੈਂਦੇ ਹੀ ਰਾਜਾ ਜੀ ਗਸ਼ ਖਾ ਕੇ ਡਿੱਗ ਪਏ। ਕੁਝ ਚਿਰ ਪਿੱਛੋਂ ਹੋਸ਼ ਆਈ ਤਾਂ ਰਾਜੇ ਨੇ ਪ੍ਰਭੂ ਪਾਸੋਂ ਖਿਮਾ ਦੀ ਜਾਚਨਾ ਕੀਤੀ। ਉਸ ਉੱਤੇ ਸ੍ਰੀ ਨਾਮਦੇਵ ਜੀ ਕਹਿੰਦੇ ਹਨ ਕਿ ਪ੍ਰਭੂ ਜੀ ਦੀ ਪੱਥਰ ਦੀ ਮੂਰਤੀ ਨੇ ਦੇਵਾ ਪੰਡਾ ਜੀ ਨੂੰ ਉਤਾਰ ਦਿੱਤਾ ਸੀ ਅਤੇ ਜਿਹੜਾ ਕੋਈ ਸ਼ਰਧਾ ਭਗਤੀ ਨਾਲ ਪੂਰਨ ਵਿਸ਼ਵਾਸ ਕਰਕੇ ਤੇ ਇੱਕ ਮਨ ਇੱਕ ਚਿੱਤ ਹੋ ਕੇ ਉਸ ਵਾਹਿਗੁਰੂ ਅਕਾਲ ਪੁਰਖ ਰਾਮ ਨਾਮ ਦਾ ਸਿਮਰਨ ਕਰੇਗਾ, ਉਹ ਪੁਰਸ਼ ਕਿਉਂ ਨਹੀਂ ਤਰੇਗਾ ਭਲਾ? ਜ਼ਰੂਰ ਤਰੇਗਾ। ਸੋ ਭਗਤ ਨਾਮਦੇਵ ਜੀ ਆਪਣੀ ਇਸ ਪਾਵਨ ਪੰਕਤੀ ਵਿੱਚ ਇਹੀ ਦੱਸਦੇ ਹਨ। ਆਪਾਂ ਆਪ ਜੀ ਸੰਗਤ ਜੀ ਦੀ ਕਿਰਪਾ ਨਾਲ ਇਹ ਪੰਕਤੀ ਨੂੰ ਗਾ ਕੇ ਪੜ੍ਹ ਲਈਏ। ਦੇਵਾ ਪਾਹਨ ਤਾਰੀ ਅਲੇ, ਦੇਵਾ ਪਾਹਨ ਤਾਰੀ ਅਲੇ, ਰਾਮ ਕਹਿਤ ਜਨ ਕਸ ਨਾ ਤਰੇ, ਰਾਮ ਕਹਿਤ ਜਨ ਕਸ ਨਾ ਤਰੇ, ਦੇਵਾ ਪਾਹਨ ਤਾਰੀ ਅਲੇ, ਦੇਵਾ ਪਾਹਨ ਤਾਰੀ ਅਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।